ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸ਼ੰਭੂ ਸਿੰਘ ਤੇ ਤੁਸੀਂ ਦੇਖ ਰਹੇ ਹੋ ਦ ਓਪਨ ਮਾਈਕ ਸ਼ੋ। ਸਿੱਖਿਆ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਤੇ ਇਸ ਦੇ ਬਿਨਾਂ ਅਸੀਂ ਇੱਕ ਵਧੀਆ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੇ। ਇਹਨਾਂ ਮੁੱਦਿਆਂ ਤੇ ਅਸੀਂ ਚਰਚਾ ਕਰਨ ਲਈ ਸੱਦਾ ਦਿੱਤਾ ਹੈ ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ। ਤੇ ਜਗਮੋਹਨ ਸਿੰਘ ਜੀ, ਤੁਹਾਡਾ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ। ਨਮਸਕਾਰ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਪ੍ਰੋਫੈਸਰ ਸਾਹਿਬ, ਅੱਜ ਦੇ ਇਸ ਦੌਰ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਨੂੰ ਤੁਸੀਂ ਕਿਸ ਲਹਿਜੇ ਨਾਲ ਦੇਖਦੇ ਹੋ? ਦੇਖੋ, ਇਹ ਕਿ ਇਹ ਨਵੀਂ ਨਾਂ ਦੇ ਉੱਤੇ ਹੈਗੀ ਹੈ। ਇਹ ਨਾਂ ਨੀਤੀ ਹੈ, ਕਿਉਂਕਿ ਨੀਤੀ ਬਣਾਉਣ ਦਾ ਇੱਕ ਲੋਕਤੰਤਰਕ ਤਰੀਕਾ ਹੁੰਦਾ। ਕਿਉਂਕਿ ਜਿਹੜੀ ਵਿੱਦਿਆ ਹੈ ਉਹ ਸੂਬਿਆਂ ਦੀ ਤੇ ਸੈਂਟਰ ਦੇ ਸਾਂਝੀ ਲਿਸਟ ਵਿੱਚ ਹੈ। ਸੂਬਿਆਂ ਦੀ ਮਰਜ਼ੀ ਤੋਂ ਬਗੈਰ ਸੈਂਟਰ ਕੋਈ ਉਹਦੇ ਉੱਤੇ ਆਪਣੇ ਵਿਚਾਰ ਨਹੀਂ ਦੇ ਸਕਦਾ ਜਾਂ ਨੀਤੀ ਲਾਗੂ ਨਹੀਂ ਕਰ ਸਕਦਾ। ਵਿਚਾਰ ਜ਼ਰੂਰ ਦੇ ਸਕਦਾ, ਪਰ ਇਹਦੇ ਵਿੱਚ ਜਿਹੜਾ ਹੈ ਕਿ ਇਹ ਉੱਪਰੋਂ ਥੋਪੀ ਗਈ ਹੈ, ਜਿਵੇਂ ਹੋਰ ਬਹੁਤ ਸਾਰੇ ਜਿਹੜੇ ਕਾਨੂੰਨ ਨੇ ਉਹ ਥੋਪੇ ਜਾ ਰਹੇ ਨੇ। ਤੋ ਇਹਦੇ ਵਿੱਚ ਇਸ ਕਰਕੇ ਇਹਨੂੰ ਅਗਰ ਇੱਦਾਂ ਦੇਖਿਆ ਜਾਵੇ ਕਿ ਇਹ ਜਿਹੜੀ ਬ੍ਰਿਟਿਸ਼ ਰਾਜ ਦੀ ਵਿੱਦਿਆ ਨੀਤੀ ਸੀ, ਉਹਨੂੰ ਇੱਕ ਨਵੇਂ ਰੂਪ ਵਿੱਚ ਜਿਹੜਾ ਹੈ ਉਹ ਦੁਬਾਰਾ ਲਾਗੂ ਕੀਤਾ ਜਾ ਰਿਹਾ ਹੈ। ਕਿਉਂਕਿ ਜੇ ਬ੍ਰਿਟਿਸ਼ ਪੀਰੀਅਡ ਦਾ ਜਿਹੜਾ ਸੀ ਕਿ ਉਹਦੇ ਵਿੱਚ ਲੋਕਾਂ ਦਾ ਹਿੱਤ, ਉਹਨਾਂ ਦੀ ਉਹਨਾਂ ਵਾਸਤੇ ਕੋਈ ਫਿਕਰਮੰਦੀ ਨਹੀਂ ਸੀ, ਉਹਨਾਂ ਦਾ ਆਪਣਾ ਹਿੱਤ ਫਿਕਰਮੰਦੀ ਸੀ। ਹੁਣ ਵੀ ਇਹ ਜਿਹੜੀ ਨੀਤੀ ਹੈ ਇਹ ਫਾਈਨਲੀ ਲੋਕਾਂ ਦੇ ਹਿੱਤ ਨੂੰ ਛੱਡ ਕੇ ਕੁਛ ਚੰਦ ਕਾਰਪੋਰੇਟ ਦੇ ਹਿੱਤ ਨੂੰ ਵੱਲ ਦੇਖ ਰਹੀ ਹੈ। ਔਰ ਉਹਦਾ ਕਾਰਨ ਹੈ ਕਿਉਂਕਿ ਇਹ ਨੀਤੀ ਹਿੰਦੁਸਤਾਨ 'ਚ ਨਹੀਂ ਬਣੀ, ਇਹ ਨੀਤੀ ਵਰਲਡ ਬੈਂਕ ਨੇ ਬਣਾਈ ਹੈ। ਵਰਲਡ ਬੈਂਕ ਦਾ ਇੱਕ ਡਾਕੂਮੈਂਟ ਹੈ, ਐਜੂਕੇਸ਼ਨ 2020, ਕਿ 2020 ਦੇ ਵਿੱਚ ਕਿਹੋ ਜਿਹਾ ਅਸੀਂ ਢਾਂਚਾ ਜਿਹੜਾ ਹੈ ਦੇਸ਼ਾਂ ਤੇ ਥੋਪਣਾ। ਕਿਉਂਕਿ ਉਹ ਇੱਥੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝਦਾਰੀ ਨਹੀਂ ਪੈਦਾ ਹੋਣ ਦੇਣਾ ਚਾਹੁੰਦੇ। ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਵਿੱਦਿਆ ਜਿਹੜੀ ਹੈ ਉਹ ਤੁਹਾਨੂੰ ਸਿਰਫ ਜੀਵਨ 'ਚ ਚੰਗਾ ਜੀਵਨ ਬਤੀਤ ਕਰਨ ਵਾਸਤੇ ਤਿਆਰ ਨਹੀਂ ਕਰਦੀ, ਤੁਹਾਡੀ ਸਮਝਦਾਰੀ ਨੂੰ ਵੀ ਤਿਆਰ ਕਰਦੀ। ਔਰ ਇਨਸਾਨ ਕੋਲ ਇੱਕੋ ਤਾਕਤ ਹੈ ਕਿ ਉਹ ਸਮੱਸਿਆਵਾਂ ਨੂੰ ਸਮਝ ਕੇ ਅਗਰ ਸਮਝ ਜਾਏ ਤਾਂ ਉਹਨਾਂ ਨੂੰ ਅੰਗ ਲਵੇ ਤੇ ਉਹਦਾ ਹੱਲ ਕੱਢ ਦਿੰਦਾ ਹੈ। ਤੋ ਇਸ ਕਰਕੇ ਇਹ ਸਾਰੇ 'ਚੋਂ ਵੰਚਿਤ ਕਰਨ ਦੀ ਇਸ ਨੀਤੀ ਵਿੱਚ, ਜਿਹਨੂੰ ਇਹਨਾਂ ਨੇ NEP 2020 ਕਿਹਾ, ਔਰ ਮੈਂ ਕਹਿੰਦਾ ਕਿ ਇਹ ਨੀਤੀ ਨਹੀਂ ਹੈ, ਇਹ ਐਕਚੁਅਲੀ ਬਦਨੀਤੀ ਹੈ। ਕਿਉਂਕਿ ਤੁਸੀਂ ਕਿਤੇ ਡਿਸਕਸ਼ਨ ਨਹੀਂ ਹੋਈ, ਕਿਤੇ ਸਟੇਟਸ ਨੂੰ ਨਹੀਂ ਪੁੱਛਿਆ ਗਿਆ, ਔਰ ਉਹ ਇੰਪੋਜ਼ ਕੀਤੀ ਜਾ ਰਹੀ ਹੈ ਇੱਕ ਡਿਕਟੇਟਰਲ ਤਰੀਕੇ ਦੇ ਨਾਲ। ਪ੍ਰੋਫੈਸਰ ਸਾਹਿਬ, ਇਹ ਨੀਤੀ ਲਿਆਉਣ ਤੋਂ ਪਹਿਲਾਂ 2019 ਦੇ ਵਿੱਚ ਸਰਕਾਰ ਨੇ ਇੱਕ ਡਰਾਫਟ ਪਾਲਿਸੀ ਆਪਣੀ ਵੈਬਸਾਈਟ ਤੇ ਉਜਾਗਰ ਕੀਤੀ ਸੀ। ਬਹੁਤ ਸਾਰੇ ਸੁਝਾਅ ਵੀ ਆਏ ਹੋਣਗੇ, ਤੇ ਕੀ ਉਹ ਸੁਝਾਅ ਨੂੰ ਸਰਕਾਰ ਨੇ ਮੰਨਿਆ ਜਾਂ ਨਹੀਂ ਮੰਨਿਆ? ਦੇਖੋ, ਇਹ ਹੈ ਕਿ ਵੀ ਉਹਦੇ ਵਿੱਚ ਜਿਹੜੀ ਇਹਨਾਂ ਨੇ ਬਾਅਦ ਵਿੱਚ ਇੱਕ ਡਾਕੂਮੈਂਟ ਬਣਾਇਆ, ਕਿਉਂਕਿ ਉਹ ਨੀਤੀ ਨਹੀਂ ਸੀ, ਡਾਕੂਮੈਂਟ ਸੀ। ਨੀਤੀ ਵਾਸਤੇ ਡਾਕੂਮੈਂਟ ਸੀ, ਲੇਕਿਨ ਉਹਦੇ ਵਿੱਚ ਨਾ ਤੇ ਵਿਦਿਆਰਥੀਆਂ ਦੀਆਂ ਸਵਾਏ ਜਿਹੜੀ ਆਲ ਇੰਡੀਆ ਇਹਨਾਂ ਦੀ ਆਪਣੀ BJP ਦੀ ਵਿਦਿਆਰਥੀ ਪ੍ਰੀਸ਼ਦ ਹੈ, ਉਹਦੇ ਤੋਂ ਬਗੈਰ ਕਿਸੇ ਵੀ ਹੋਰ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਸੀ ਉਹਨਾਂ ਨੂੰ ਨਹੀਂ ਪੁੱਛਿਆ ਗਿਆ। ਪੇਰੈਂਟ ਜਥੇਬੰਦੀਆਂ ਵਿੱਚ ਇੱਕ ਆਲ ਇੰਡੀਆ ਪੇਰੈਂਟ ਜਥੇਬੰਦੀ ਹੈ, ਉਹਨੂੰ ਨਹੀਂ ਪੁੱਛਿਆ ਗਿਆ, ਲੇਕਿਨ ਆਪਣੇ ਘਰ ਦਾ ਤੁਸੀਂ ਪੁੱਛ ਲਿਆ। ਤੋ ਇਸ ਕਰਕੇ ਜੇ ਤੁਸੀਂ ਉਹਨੂੰ ਪੂਰਾ ਉਹਦੇ ਵਿੱਚ, ਕਿਉਂਕਿ ਉਹ ਤੇ ਪਾ ਦਿੱਤਾ ਔਰ ਕਹਿਤਾ ਜੀ ਦੇਖੋ ਅਸੀਂ ਉੱਥੇ ਰੱਖਤਾ ਡਾਕੂਮੈਂਟ। ਔਰ ਜਦੋਂ ਅਸੀਂ ਇਹ ਕਿਹਾ ਕਿ ਡਾਕੂਮੈਂਟ ਜਿਹੜਾ ਤੁਸੀਂ ਅੰਗਰੇਜ਼ੀ ਵਿੱਚ ਦੇ ਰਹੇ ਹੋ, ਜਦੋਂ ਕਿ ਇਹ ਸੂਬਿਆਂ ਦੀ ਔਰ ਜਿਹੜੀਆਂ ਘੱਟੋ ਘੱਟ ਪ੍ਰਮਾਣਿਤ ਹਿੰਦੁਸਤਾਨ ਦੀਆਂ ਲੈਂਗੁਏਜਸ ਨੇ, ਉਹਦੇ ਵਿੱਚ ਇਹ ਡਾਕੂਮੈਂਟ ਮਿਲਣਾ ਚਾਹੀਦਾ। ਔਰ ਉਹ ਡਾਕੂਮੈਂਟ ਨਹੀਂ ਦਿੱਤਾ ਗਿਆ, ਉਹਦੀ ਇੱਕ ਸਮਰੀ ਦਿੱਤੀ ਗਈ, ਔਰ ਉਹ ਸਮਰੀ ਨੂੰ ਸਮਰੀ ਬਣਾ ਕੇ ਕਹਿ ਦਿੱਤਾ ਗਿਆ ਕਿ ਜੀ ਅਸੀਂ ਤੇ ਐਜੂਕੇਸ਼ਨ ਪਾਲਿਸੀ ਲਾਗੂ ਕਰ ਦਿੱਤੀ ਹੈ। ਔਰ ਸਭ ਤੋਂ ਹਾਸੋਹੀਣਾ ਜਿਹੜਾ ਤਰਕ ਦਿੱਤਾ ਗਿਆ ਉਹ ਹੈ ਕਿ ਵੀ ਕਿਤੇ ਡਿਫੈਂਸ ਪਾਲਿਸੀ ਵਾਸਤੇ ਪੁੱਛਿਆ ਜਾਂਦਾ, ਡਿਫੈਂਸ ਪਾਲਿਸੀ ਨੂੰ ਐਜੂਕੇਸ਼ਨ ਪਾਲਿਸੀ ਨਾਲ ਜੋੜਨਾ। ਔਰ ਉਹ ਕਹਿੰਦੇ ਵੀ ਫੋਰਨ ਪਾਲਿਸੀ ਵਾਸਤੇ ਥੋੜ੍ਹਾ ਲੋਕਾਂ ਨੂੰ ਪੁੱਛਦੇ ਆ, ਇਸ ਕਰਕੇ ਐਜੂਕੇਸ਼ਨ ਪਾਲਿਸੀ ਨਹੀਂ ਪੁੱਛਦੇ। ਇਹਦਾ ਮਤਲਬ ਹੈ ਕਿ ਐਜੂਕੇਸ਼ਨ ਪਾਲਿਸੀ ਇੱਕ ਇੰਪੋਜ਼ਡ ਹੈ, ਜਿਹੜੀ ਉੱਪਰੋਂ ਬਣ ਕੇ ਆਈ ਹੈ। ਔਰ ਉਹਦੇ ਬਹੁਤ ਸਾਰੇ ਪ੍ਰਮਾਣ ਨੇ ਕਿ ਤੁਸੀਂ ਕਰਜ਼ਾ ਲੈਣਾ ਵਰਲਡ ਬੈਂਕ ਤੋਂ, ਵਰਲਡ ਬੈਂਕ ਕਹਿੰਦਾ ਕਰਜ਼ਾ ਸਿਰਫ ਤੁਹਾਨੂੰ ਇਹਨੂੰ ਪਲਾਨ ਕਰਨ ਵਾਸਤੇ ਦੇਵਾਂਗੇ, ਲਾਗੂ ਕਰਨ ਵਾਸਤੇ ਨਹੀਂ ਦੇਵਾਂਗੇ ਕਰਜ਼ਾ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ 15% ਇਨਵੈਸਟ ਕਰਨਗੇ, ਲੇਕਿਨ ਉਹ ਤੁਹਾਨੂੰ ਦੱਸਣਗੇ ਕਿ ਐਜੂਕੇਸ਼ਨ ਪਾਲਿਸੀ
ਕਿੱਦਾਂ ਲਾਗੂ ਕਰਨੀ ਹੈ, ਕਿੱਥੇ ਲਾਗੂ ਕਰਨੀ ਹੈ, ਲੇਕਿਨ ਪੈਸਾ ਮਤਲਬ 85% ਤੁਸੀਂ ਖਰਚਣਾ ਔਰ ਉਹ 15% ਵਾਪਸ ਜਿਹੜੇ ਉਹਨਾਂ ਦੇ ਐਡਵਾਈਜ਼ਰ ਨੇ ਉਹਨਾਂ ਨੂੰ ਚਲੇ ਜਾਣਾ। ਤਾਂ ਇਹ ਜਿਹੜੀ ਹੈ ਨਾ ਕਿ ਵੀ ਅਸੀਂ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਹਿੰਦੁਸਤਾਨ ਦੀ ਲੋੜ ਨੂੰ ਸਾਹਮਣੇ ਰੱਖ ਕੇ ਨਹੀਂ ਬਣਾਈਆਂ ਜਾ ਰਹੀਆਂ। ਭਲੇ ਇਹਦੇ ਵਿੱਚ ਹੋਰ ਵੀ ਜਿਹੜੀਆਂ ਬਾਕੀ ਪਾਲਿਸੀ ਤੇ ਚਾਹੇ ਉਹ ਵਰਕਰਸ ਦੇ ਬਾਰੇ ਚ ਪਾਲਿਸੀ ਹੈ, ਈਵਨ ਦਲਿਤਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਵਿਦਡਰਾ ਕੀਤਾ ਜਾ ਰਿਹਾ। ਤਾਂ ਇਹ ਜਿਹੜਾ ਹੈ ਇਸ ਕਰਕੇ ਇਹ ਬੜਾ ਔਰ ਅਸੀਂ ਇਹਦੇ ਤੇ ਕਾਫੀ ਸਾਰਾ ਆਲ ਇੰਡੀਆ ਲੈਵਲ ਤੇ ਇਹਦੇ ਤੇ ਅਵੇਅਰਨੈਸ ਬਿਲਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਹੈ, ਉਹਦੇ ਥਰੂ ਕਿ ਇਹਨੂੰ ਔਰ ਇਹਦੇ 'ਚ ਜਿਵੇਂ ਮਤਲਬ ਕਿਹਾ ਵੀ ਗਿਆ ਕਿ ਮਤਲਬ ਜੇ ਤੁਸੀਂ ਐਜੂਕੇਸ਼ਨ ਲੋਕਾਂ ਤੋਂ ਖੋਹ ਲਓ ਤੇ ਫਿਰ ਉਹ ਸੋਚਣ ਜੋਗੇ ਨਹੀਂ ਰਹਿਣਗੇ, ਸਵਾਲ ਕਰਨ ਜੋਗੇ ਨਹੀਂ ਰਹਿਣਗੇ। ਔਰ ਉਹਦਾ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਕਿ ਜਿਹੜੇ ਕਦੀ ਮਤਲਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਤਲਬ 90% ਲੋਕ ਜਿਹੜੇ ਸੀ ਉਹ ਲਿਖ ਸਕਦੇ ਸੀ ਔਰ ਪੜ੍ਹ ਸਕਦੇ ਸੀ। ਉਹਨਾਂ ਨੇ ਬਣਾਇਆ ਕਿ ਵੀ ਜੇ ਲੋਕਾਂ ਦੀ ਹਿੱਸੇਦਾਰੀ ਬਣਾਉਣੀ ਹੈ, ਹਾਲਾਂਕਿ ਉਹ ਰਜਵਾੜਾਸ਼ਾਹੀ ਦਾ ਰਾਜ ਸੀ, ਉਹ ਕੋਈ ਡੈਮੋਕ੍ਰੈਟਿਕ ਰਾਜ ਨਹੀਂ ਸੀ, ਲੇਕਿਨ ਉਹਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਸੀ ਕਿ ਲੋਕਾਂ ਦੀ ਹਿੱਸੇਦਾਰੀ ਜਿਹੜੀ ਹੈ ਉਹ ਮਜ਼ਬੂਤ ਕਰਦੀ ਹੈ। ਲੇਕਿਨ ਹੁਣ ਇਹ ਹੈਗਾ ਕਿ ਲੋਕਾਂ ਨੂੰ ਮਤਲਬ ਉਹਦੇ ਵਿੱਚ ਹਿੱਸੇਦਾਰੀ ਤੋਂ ਬਾਹਰ ਕਿਵੇਂ ਕੱਢਣਾ। ਜਿਵੇਂ ਉਹਦੇ ਵਿੱਚ ਇਹਦੇ ਵਿੱਚ ਹੀ ਹੈ ਕਿ ਬਾਹਰਲੀਆਂ ਯੂਨੀਵਰਸਿਟੀਆਂ ਹੁਣ ਜਿਹੜੇ ਸਾਡੇ ਨਿਆਣੇ ਪੈਸੇ ਲੈ ਬਾਹਰ ਭੇਜ ਰਹੇ ਨੇ, ਅਸੀਂ ਭੇਜ ਰਹੇ ਨਿਆਣਿਆਂ ਨੂੰ ਬਾਹਰ ਯੂਨੀਵਰਸਿਟੀਆਂ 'ਚ ਪੜ੍ਹਨ ਲਈ, ਉਹ ਕਹਿੰਦੇ ਉਹ ਛੱਡੋ, ਉਹ ਯੂਨੀਵਰਸਿਟੀਆਂ ਇੱਥੇ ਆ ਜਾਣਗੀਆਂ। ਔਰ ਇਹ ਕਦੀ ਨਹੀਂ ਹੁੰਦਾ ਕਿ ਉਹ ਜੋ ਉੱਥੇ ਪੜ੍ਹਾ ਰਹੇ ਨੇ ਉਹ ਇੱਥੇ ਪੜ੍ਹਾਉਣ। ਦੋਸਤੋ ਵਕਤ ਹੋ ਚੁੱਕਾ ਛੋਟਾ ਜਿਹਾ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਪ੍ਰੋਫੈਸਰ ਸਾਹਿਬ ਨਾਲ, ਹੋਰ ਵੀ ਗੱਲਬਾਤ ਕਰਾਂਗੇ। ਬ੍ਰੇਕ ਲਈ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ ਤੇ ਜਗਮੀਤ ਸਿੰਘ ਜੀ ਸਰਦਾਰ ਭਗਤ ਸਿੰਘ ਜੀ ਦੇ ਭਾਣਜੇ ਨੇ। ਤੇ ਜੀ ਪ੍ਰੋਫੈਸਰ ਸਾਹਿਬ, ਭਲੇ ਕਿ ਉਹ ਸਿਲੇਬਸ ਬਣਾ ਦੇਣਗੇ ਲੇਕਿਨ ਉਹਦੇ ਵਿੱਚ ਪੈਸਾ ਉਹਨਾਂ ਦੇ ਉੱਤੇ ਇਹ ਵੀ ਕੰਡੀਸ਼ਨ ਲਾਤੀ ਕਿ ਜਿਹੜੀਆਂ ਵਿਦੇਸ਼ੀ ਯੂਨੀਵਰਸਿਟੀਆਂ ਹੋਣਗੀਆਂ ਉਹਨਾਂ ਤੇ ਕੋਈ ਫੀਸ ਦੀ ਪਾਬੰਦੀ ਨਹੀਂ ਹੋਏਗੀ। ਔਰ ਨਾਲ ਜਿਹੜੀ ਬਹੁਤ ਹੀ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਜੋ ਪੈਸਾ ਕਮਾਉਣਗੇ ਉਹ ਬਾਹਰ ਲਿਜਾ ਕੇ ਜਿੱਥੇ ਮਰਜ਼ੀ ਲਾ ਸਕਦੇ ਨੇ। ਇਹਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਇੱਥੋਂ ਇੱਕ ਸਿੱਧਾ ਲੁੱਟ ਦਾ ਸਾਧਨ ਦੇ ਰਹੇ ਹਾਂ, ਇੱਕ ਭਰਮ ਖੜਾ ਕਰਕੇ ਕਿ ਵੀ ਜੇ ਤੁਸੀਂ ਵਿਦੇਸ਼ੀ ਯੂਨੀਵਰਸਿਟੀ 'ਚੋਂ ਸਰਟੀਫਿਕੇਟ ਲਿਆ ਹੋਏਗਾ ਸ਼ਾਇਦ ਚੰਗੀ ਨੌਕਰੀ ਮਿਲ ਜਾਏ, ਜਦੋਂ ਕਿ ਉਹਨਾਂ ਨੇ ਫਿਰ ਸਿਲੈਕਟਿਵਲੀ ਕਾਰਪੋਰੇਟ ਨੇ ਆਪਣੇ ਹਿੱਤ ਵਿੱਚ ਦੇਖਣਾ ਹੈ ਕਿ ਜਿਹੜਾ ਹੈ। ਇਸੇ ਕਰਕੇ ਔਰ ਉਹਦੇ ਉੱਤੇ ਜਿਹੜੀ ਹੈ ਕਰੋਨਾ ਦੀ ਮਾਰ ਆ ਗਈ। ਕਰੋਨਾ ਇਹਨਾਂ ਨੂੰ ਫਾਇਦੇਮੰਦ ਹੋ ਗਿਆ ਕਿ ਤੁਸੀਂ ਨਿਆਣਿਆਂ ਨੂੰ ਮੱਥੇ ਹੀ ਨਹੀਂ ਲੱਗਣ ਦੇਣਾ। ਦੂਰ ਤੋਂ ਜਿਹੜੀ ਪੜ੍ਹਾਈ ਹੈ ਉਹ ਪੜ੍ਹਾਈ ਨਹੀਂ ਹੁੰਦੀ। ਤੁਸੀਂ ਬਹੁਤ ਕੁਝ ਬੱਚੇ ਨੂੰ ਮੈਂ 50 ਸਾਲ ਤੋਂ ਟੀਚਿੰਗ ਕਰਦਾ ਰਿਹਾ, ਔਰ ਅਸੀਂ ਇਹ ਹੁੰਦਾ ਸੀ ਵੀ ਕਲਾਸ ਵਿੱਚ ਜੋ ਤੁਸੀਂ ਫੇਸ ਟੂ ਫੇਸ ਦੇਖਦੇ ਹੋ, ਹਰ ਬੱਚੇ ਦੇ ਚਿਹਰੇ ਤੋਂ ਤੁਹਾਨੂੰ ਟੀਚਰ ਨੂੰ ਪਤਾ ਲੱਗਦਾ ਹੈ ਕਿ ਇਹਨੂੰ ਕੀ ਮਦਦ ਦੀ ਲੋੜ ਹੈ। ਆਪਸ ਵਿੱਚ ਉਹਨਾਂ ਦਾ ਮੇਲ ਮਿਲਾਪ ਹੁੰਦਾ ਹੈ ਔਰ ਉਹਦੇ ਨਾਲ ਸਮਾਜਿਕ ਵਿਕਸਤਾ ਜਿਹੜਾ ਵਿਕਾਸ ਹੈ ਉਹ ਵੀ ਹੁੰਦਾ ਹੈ। ਪਰ ਇਸ ਐਜੂਕੇਸ਼ਨ ਪਾਲਿਸੀ ਵਿੱਚ ਉਹਦਾ ਕੋਈ ਥਾਂ ਨਹੀਂ ਹੈ। ਫਿਰ ਉਹ ਤੋਂ ਬਾਅਦ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਬੱਚਿਆਂ ਨੂੰ ਫੜਨਾ ਹੈ, ਹਾਲਾਂਕਿ ਵਿਗਿਆਨਕ ਤੌਰ ਤੇ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ 3 ਸਾਲ ਦੇ ਬੱਚੇ ਨੂੰ ਫੜ ਕੇ ਹੀ ਉਹਦੀ ਸੋਚਣੀ ਬੰਦ ਕਰੋਗੇ ਔਰ ਉਹਨੂੰ ਕਹਿੰਦੇ ਜੀ ਤਿੰਨ ਜਿਹੜੀਆਂ ਲੈਂਗੁਏਜਸ ਨੇ ਉਹ ਉਹਨੂੰ ਪੜ੍ਹਾਉਣੀਆਂ ਨੇ। ਇਹਦਾ ਮਤਲਬ ਹੈ ਕਿ ਕੋਈ ਲੈਂਗੁਏਜ ਵੀ ਨਹੀਂ ਜਾਣੇਗਾ, ਜਿਹੜਾ ਕਿ ਆਲਰੇਡੀ ਸਾਡੇ ਨਾਲ ਹੋ ਰਿਹਾ ਕਿ ਸਾਡੇ ਬੱਚਿਆਂ ਨੂੰ ਆਪਣੀ ਮਾਦਰੀ ਭਾਵ ਨਹੀਂ, ਜਿੰਨਾ ਚਿਰ ਤੁਸੀਂ ਆਪਣੀ ਮਦਰ ਟੰਗ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਤੁਸੀਂ ਆਪਣੇ ਜਿਹੜਾ ਆਲੇ ਦੁਆਲੇ ਦਾ এনवायरमेंट ਹੈ ਉਹਨੂੰ, ਉਸ ਕਲਚਰ ਨੂੰ ਅਬਜ਼ਰਵ ਨਹੀਂ ਕਰ ਸਕਦੇ। ਤੁਹਾਨੂੰ ਆਪਣੇ ਸ਼ਬਦ ਹੀ ਨਹੀਂ ਪਤਾ ਪੰਜਾਬੀ ਦੇ ਤੇ ਤੁਸੀਂ ਕੀ ਸਮਝੋਗੇ। ਔਰ ਉਹਦੀ ਬਜਾਏ ਅਸੀਂ ਕਹਿੰਦੇ ਜੀ ਤੁਹਾਨੂੰ ਅੰਗਰੇਜ਼ੀ ਪੜ੍ਹਾਵਾਂਗੇ। ਅੰਗਰੇਜ਼ੀ ਇੱਕ ਲੈਵਲ ਤੇ ਜਾ ਕੇ ਠੀਕ ਹੋ ਸਕਦੀ, ਬਹੁਤ ਸਾਰੇ ਦੇਸ਼ਾਂ ਨੇ ਕੀਤਾ ਹੈ, ਜਿੱਥੇ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਕਮਿਊਨੀਕੇਟ ਕਰਨਾ ਹੈ ਉੱਥੇ ਇੰਗਲਿਸ਼ ਕੰਮ ਆਏਗੀ, ਲੇਕਿਨ ਸੋਚਣੀ ਤੁਹਾਡੀ ਇੰਗਲਿਸ਼ 'ਚ ਨਹੀਂ ਬਣ ਸਕਦੀ। ਹਾਰਡਲੀ ਕੋਈ ਬੰਦਾ ਹੋਏਗਾ ਜਿਹੜਾ ਸਿੱਧਾ ਅੰਗਰੇਜ਼ੀ 'ਚ ਸੋਚ ਸਕੇ। ਤੁਸੀਂ ਸੋਚੋਗੇ ਪਹਿਲਾਂ ਆਪਣੀ ਜ਼ੁਬਾਨ ਵਿੱਚ ਜਿਹੜੀ ਮਦਰ ਟੰਗ ਹੈ, ਫਿਰ ਉਹਨੂੰ ਤੁਸੀਂ ਟਰਾਂਸਲੇਟ ਕਰੋਗੇ ਅੰਗਰੇਜ਼ੀ ਵਿੱਚ, ਫਿਰ ਉਹ 'ਚ ਲਫ਼ਜ਼ ਨਹੀਂ ਲੱਭਦੇ ਤੁਹਾਨੂੰ। ਤਾਂ ਇਸ ਕਰਕੇ ਜਿਹੜਾ ਪੂਰਾ ਸੋਚਣੀ ਦਾ ਤਰੀਕਾ ਹੈ ਉਹਨੂੰ ਹੀ ਵਿਗਾੜਿਆ ਜਾ ਰਿਹਾ। ਔਰ ਫਿਰ ਇਹਦੇ 'ਚ ਦੇਖੋ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਟੀਚਰ ਨਹੀਂ ਦੇਣੇ, ਲੇਕਿਨ ਜਿਹੜੇ ਬਜ਼ੁਰਗ ਨੇ ਉਹ ਆਣ ਕੇ ਉੱਥੇ ਪੜ੍ਹਾਉਣਗੇ। ਉਹ ਉੱਥੇ RSS ਦੀਆਂ ਸ਼ਾਖਾਵਾਂ ਲਾਉਣਗੇ। ਇਹ ਸਭ ਤੋਂ ਖਤਰਨਾਕ ਕੰਮ ਹੈ ਕਿ ਤੁਸੀਂ ਬਜ਼ੁਰਗਾਂ ਨੂੰ ਬੁਲਾ ਲਓ ਔਰ ਬਜ਼ੁਰਗ ਆਣ ਕੇ ਉੱਥੇ ਕਹਾਣੀਆਂ ਸੁਣਾ ਰਹੇ ਨੇ, ਜਦੋਂ ਕਿ ਬੱਚੇ ਦੀ ਲੋੜ ਜਿਹੜੀ ਹੈ ਉਹ ਲੌਜਿਕ ਦੀ ਹੈ,
ਉਹਨੂੰ ਮਤਲਬ ਵਿਗਿਆਨਕ ਤੌਰ ਤੇ ਸੋਚਣੀ ਜਿਹੜੀ ਹੈਗੀ ਹੈ ਉਹਦਾ ਹੋਣਾ ਚਾਹੀਦਾ। ਔਰ ਇਹਦੇ 'ਚ ਮੈਂ ਬੜੇ ਖੂਬਸੂਰਤ ਇੱਕ ਇੰਟਰਨੈਸ਼ਨਲ ਵੱਲ ਹੈ ਕਿ ਕਿੰਗ ਮਾਰਟਨ ਲੂਥਰ ਨੇ ਜਦੋਂ ਉੱਥੇ ਲੋਕਾਂ ਦੇ ਹੱਕਾਂ ਦੀ ਮਤਲਬ ਜਿਹੜੇ ਐਫਰੋ ਅਮਰੀਕਨ ਸੀ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਤਾਂ ਉਹਦਾ ਸਭ ਤੋਂ ਪਹਿਲਾ ਸੁਝਾਅ ਇਹ ਸੀ ਕਿ ਵੀ ਸਾਡੇ ਬੱਚਿਆਂ ਨੂੰ ਬਰਾਬਰ ਵਿੱਦਿਆ ਨਹੀਂ ਮਿਲ ਰਹੀ, ਔਰ ਬਰਾਬਰ ਵਿੱਦਿਆ ਵਾਸਤੇ ਅਗਰ ਸਾਡੇ ਬੱਚੇ ਮਤਲਬ ਸੜਕਾਂ ਤੇ ਆ ਕੇ ਕਹਿਣ ਕਿ ਸਾਨੂੰ ਵਧੀਆ ਵਿੱਦਿਆ ਮਿਲਣੀ ਚਾਹੀਦੀ ਹੈ, ਵਧੀਆ ਕੀ ਹੈ, ਉਹਨੂੰ ਸਟੈਮ ਕਹਿੰਦੇ ਨੇ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਕਿ ਜੇ ਅਸੀਂ ਇਸ ਮਤਲਬ ਜਿਹੜੀ ਤਰੱਕੀ ਹੋ ਰਹੀ ਹੈ, ਜਿਹੜੀ ਹੁਣੇ ਕਹਿ ਰਹੇ ਨੇ ਕਿ 4th ਇੰਡਸਟਰੀਅਲ ਰੈਵੋਲੂਸ਼ਨ ਆ ਰਿਹਾ ਹੈ, ਅਗਰ ਸਾਡੇ ਬੱਚਿਆਂ ਨੇ ਉਹਦੇ ਵਿੱਚ ਹਿੱਸੇਦਾਰੀ ਕਰਨੀ ਹੈ ਤਾਂ ਸਟੈਮ ਦੇ ਥਰੂ ਹੋਏ, ਉਹ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ ਵਿੱਚ। ਔਰ ਉਹਨਾਂ ਨੇ ਉਹ ਕਰਕੇ ਉੱਥੋਂ ਦੀਆਂ ਯੂਨੀਵਰਸਿਟੀਆਂ ਤੇ, ਮੈਰੀਲੈਂਡ ਯੂਨੀਵਰਸਿਟੀ ਜਿਹੜੀ ਹੈ ਉਹਦੇ ਉੱਤੇ ਉਹਨਾਂ ਨੇ ਪੂਰਾ ਆਪਣਾ ਜ਼ੋਰ ਲਾਇਆ ਔਰ ਉਹਨੂੰ ਆਪਣੇ ਕਬਜ਼ੇ 'ਚ ਲਿਆ। ਅੱਜ ਸਭ ਤੋਂ ਵਧੀਆ ਲੌਜੀਕਲ ਅਗਰ ਕੋਈ ਜਵਾਬ ਜਾਂ ਸਾਇੰਸ ਦੀ ਬਹਿਸ ਹੁੰਦੀ ਹੈ ਤੁਹਾਨੂੰ ਮੈਰੀਲੈਂਡ ਯੂਨੀਵਰਸਿਟੀ 'ਚੋਂ ਮਿਲੇਗੀ। ਤਾਂ ਇਹ ਜਿਹੜਾ ਹੈ ਨਾ ਕਿ ਵੀ ਸਾਡੇ ਹੁਣ ਇਹ ਉਲਟਾ ਹੋ ਰਿਹਾ ਕਿ ਜੀ ਗੁਰੂ ਕੋਲ ਲੈ ਜਾਾਂਗੇ, ਜਿਹੜੇ ਬਾਕੀ ਬੱਚੇ ਨੇ ਉਹਨਾਂ ਨੂੰ ਤੁਸੀਂ ਵਿੱਦਿਆ ਤੋਂ ਦੂਰ ਕਿਵੇਂ ਕਰਨਾ ਹੈ। ਔਰ ਮੈਂ ਕਿਹਾ ਵੀ ਗੁਰੂ ਨਾਨਕ ਨੇ ਤਾਂ ਬੜਾ ਖੂਬਸੂਰਤ ਕਿਹਾ ਸੀ ਵੀ ਜਿਹਨੇ ਗੁਰ ਸਮਝ ਲਿਆ, ਅਸੀਂ ਉਹੀ ਗਾ ਮਤਲਬ ਜੀਵਨ ਦਾ ਰਾਜ ਸਮਝ ਸਕਦਾ ਹੈ। ਉਹ ਗੁਰ ਮਤਲਬ ਗੁਰੂ ਤੋਂ ਨਹੀਂ ਸੀਗਾ, ਗੁਰ ਮਤਲਬ ਇੱਕ ਮੂਲ ਪ੍ਰਿੰਸੀਪਲ ਸਮਝਣਾ। ਲੇਕਿਨ ਸਾਡੇ ਇਹ ਹੈਗਾ ਕਿ ਤੁਸੀਂ ਮਤਲਬ ਲੋਕਾਂ ਦੇ ਦਿਮਾਗ ਵਿੱਚ ਮਤਲਬ ਇੱਕ ਇਹੋ ਜਿਹੇ ਵਿਚਾਰਾਂ ਨੂੰ ਭਰਨਾ ਹੈ ਜਿਹਦੇ ਨਾਲ ਉਹ ਸੋਚਣ ਦੀ ਕਾਬਲੀਅਤ ਹੀ ਖੋਲਣ। ਹੁਣ ਦੇਖੋ ਕਿੰਨੇ ਸਾਰੇ ਲੋਕ ਬਣੇ ਹੋਏ ਨੇ ਜਿਨ੍ਹਾਂ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਕਿ ਉਹ ਕੋਈ ਤਰਕ ਦੀ ਗੱਲ ਨਹੀਂ ਕਰਦੇ, ਉਹਨਾਂ ਨੂੰ ਕਿਸੇ ਨਾਲ ਹਮਦਰਦੀ ਨਹੀਂ ਹੈ। ਜਦੋਂ ਕਿ ਹਮਦਰਦੀ ਜਿਹੜੀ ਹੈ, ਜਿੱਦਾਂ ਮੈਂ ਕਹਿੰਦਾ ਕਿ ਕਰੋਨਾ ਵਿੱਚ ਤੇ ਕਰੁਣਾ ਚਾਹੀਦੀ ਹੈ, ਤੁਹਾਨੂੰ ਮਤਲਬ ਹਮਦਰਦੀ ਚਾਹੀਦੀ ਹੈ, ਲੇਕਿਨ ਅਸੀਂ ਉਹਨੂੰ ਕਿਲ ਕਰ ਰਹੇ ਹਾਂ। ਜਦੋਂ ਕਿ ਬੁੱਧਿਜ਼ਮ ਜਿਹੜੀ ਹੈ ਤੇ ਜੈਨਿਜ਼ਮ ਜਿਹੜੀ ਹੈ ਉਹ ਇਹਦੇ ਤੇ ਬਹੁਤ ਜ਼ਿਆਦਾ ਐਮਫੈਸਿਸ ਦਿੰਦੀ ਹੈ ਕਿ ਇੱਕ ਇਨਸਾਨ ਨੂੰ ਸਮਾਜਿਕ ਬਰਾਬਰੀ ਵਾਸਤੇ, ਬਰਾਦਰੀ ਵਿੱਚ ਅੱਗੇ ਵਧਣ ਲਈ ਉਹਨੂੰ ਐਮਪਥੀ ਮਤਲਬ ਜਿਹੜੀ ਹੈ ਉਹ ਹੋਣੀ ਚਾਹੀਦੀ। ਸਾਡੇ ਸਾਰੇ ਭਗਤਾਂ ਨੇ ਵੀ ਮਤਲਬ ਉਸ ਨਾਲ ਕੀਤਾ। ਲੇਕਿਨ ਦੂਜੇ ਬੰਨੇ ਹੈ ਕਿ ਇਹਨੂੰ ਮਾਇਆ ਜਾਲ ਸਮਝੋ, ਇਹਨੂੰ ਤੁਸੀਂ ਸਿਰਫ ਮਤਲਬ ਇੱਦਾਂ ਸਮਝੋ ਕਿ ਵੀ ਤੁਸੀਂ ਦੁਨੀਆ 'ਚ ਆਏ ਹੋਏ ਹੋ, ਕੋਈ ਆਏਗਾ ਬਾਹਰੋਂ ਉਹ ਤੁਹਾਨੂੰ ਛੁਡਾ ਦੇਗਾ, ਤੁਸੀਂ ਆਪ ਕੁਝ ਨਹੀਂ ਕਰਨਾ। ਤਾਂ ਇਹ ਜਿਹੜੀ ਸਾਡੀ ਕਮਜ਼ੋਰੀ ਸੀ, ਇਹਨੂੰ ਹੀ ਬ੍ਰਿਟਿਸ਼ ਦੇ ਪੀਰੀਅਡ ਵਿੱਚ ਵੀ ਅਗਰ ਤੁਸੀਂ ਦੇਖੋ, ਕਿਉਂਕਿ ਮੈਂ ਸਾਰੀ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਫਰੀडम ਮੂਵਮੈਂਟ ਵੀ ਕੀਤੀ, ਉਦੋਂ ਵੀ ਸਾਡੀ ਪਹਿਲੀ ਲੜਾਈ ਇਹ ਸੀ ਕਿ ਸਾਨੂੰ ਅਸੀਂ ਆਪ ਪੜ੍ਹਨਾ। ਭਗਤ ਸਿੰਘ ਜਾਂ ਉਹਦੇ ਸਾਥੀ ਅਗਰ ਇੰਨਾ ਕੰਟਰੀਬਿਊਟ ਕਰ ਸਕੇ ਤੇ ਉਹਨਾਂ ਨੇ ਉਸ ਸਿਸਟਮ ਤੋਂ ਬਾਹਰ ਨਿਕਲ ਕੇ ਆਪ ਪੜ੍ਹਿਆ, ਜਿਹਨੂੰ ਉਦੋਂ ਕੌਮੀ ਵਿੱਦਿਆ ਕਿਹਾ ਗਿਆ। ਅਸੀਂ ਉਹਨੂੰ ਨਹੀਂ ਕਰ ਰਹੇ। ਅਸੀਂ ਆਪਣੀ ਜਿਹੜੀ ਮਤਲਬ ਸਾਡੀ ਮਤਲਬ ਇੰਨੀ ਤਾਕਤ ਹੈ ਨੌਜਵਾਨਾਂ ਦੀ, ਉਹਨੂੰ ਅਸੀਂ ਵੇਸਟੇਜ ਵੱਲ ਲਿਜਾ ਰਹੇ ਹਾਂ, ਬਜਾਏ ਇਹਦੇ ਕਿ ਉਹ ਕੱਲ੍ਹ ਨੂੰ ਤੁਹਾਡੀ ਪ੍ਰੋਡਕਟਿਵ ਫੋਰਸ ਬਣਦਾ। ਹੁਣ ਵੀ ਅਸੀਂ ਮਤਲਬ ਸਾਰੀ ਇਕੋਨਮੀ ਜਿਹੜੀ ਹੈ ਉਹਦਾ ਦਾਰੋ-ਮਦਾਰ ਐਗਰੀਕਲਚਰ ਤੇ ਕਰ ਦਿੱਤਾ ਹੈ ਕਿ ਐਗਰੀਕਲਚਰ ਦੀਆਂ ਮਤਲਬ ਖਾਣ ਵਾਲੀਆਂ ਚੀਜ਼ਾਂ ਵੇਚ ਕੇ ਪੈਸੇ ਕਮਾ ਲਓ, ਲੇਕਿਨ ਕਾਰਖਾਨੇਦਾਰੀ, ਟੈਕਨੋਲੋਜੀ ਉਹਦੇ ਵਿੱਚ ਕਿਤੇ ਨਹੀਂ ਹੈ, ਉਹ ਅਸੀਂ ਬਾਹਰੋਂ ਖਰੀਦ ਰਹੇ ਹਾਂ। ਤਾਂ ਇਹ ਉਲਟਾ ਹੋਇਆ। ਤਾਂ ਇਸ ਕਰਕੇ ਜਿਹੜੀ ਐਜੂਕੇਸ਼ਨ ਪਾਲਿਸੀ ਹੈ ਇਹ ਬੜੀ, ਮੈਂ ਸਮਝਦਾ ਕਿ ਇਹਦੇ ਤੇ ਬਹੁਤ ਚੇਤਨਤਾ ਨਾਲ ਸਾਨੂੰ ਮਤਲਬ ਕਰਨਾ ਪਏਗਾ। ਔਰ ਇਹਦੇ ਨਾਲ ਭਾਰ ਕੀ ਹੋ ਰਿਹਾ, ਇਹ ਭਾਰ ਵੱਧ ਰਿਹਾ ਤੁਹਾਡੀ ਫੈਮਿਲੀਜ਼ ਤੇ। ਇੱਕ ਤੇ ਆਨਲਾਈਨ ਐਜੂਕੇਸ਼ਨ ਨੇ ਕਰਤਾ, ਹੁਣ ਇਹਨਾਂ ਨੇ ਇੱਕ ਹੋਰ ਨਵਾਂ ਸ਼ਬਦ ਕੱਢ ਲਿਆ ਕਿ ਇੱਕ ਮਤਲਬ ਜਿਹੜੀ ਹੈਗੀ ਹੈ ਉਹ ਇੱਦਾਂ ਦੀ ਐਜੂਕੇਸ਼ਨ ਦਿੱਤੀ ਜਾਵੇ ਜਿਹੜੀ ਮਿਕਸਡ ਐਜੂਕੇਸ਼ਨ ਹੋਵੇ, ਕਿ ਕਦੀ ਆਉਣਾ ਹੋਵੇ ਤੁਸੀਂ ਕਲਾਸ 'ਚ ਆ ਜਾਓ, ਨਹੀਂ ਆਉਣਾ ਤੇ ਘਰੋਂ ਪੜ੍ਹ ਲਓ। ਇਹ ਕਿਹੜੀ ਪੜ੍ਹਾਈ ਹੋਈ? ਮੈਨੂੰ ਨਹੀਂ ਸਮਝ ਲੱਗਦੀ ਕਿ ਕਿਸੇ ਵੀ ਵਿਗਿਆਨਕ ਜਿਹੜਾ ਮਤਲਬ ਐਜੂਕੇਸ਼ਨਿਸਟ ਹੈ ਉਹ ਇਸ ਗੱਲ ਨੂੰ ਮੰਨਦਾ ਹੋਵੇ ਕਿ ਤੁਸੀਂ ਬੱਚੇ ਨੂੰ ਇੰਨੀ ਮਰਜ਼ੀ ਨਹੀਂ ਦੇ ਸਕਦੇ। ਉਹਨੂੰ ਕਲਾਸ ਵਿੱਚ ਬਿਠਾਲ ਕੇ ਕੰਪੀਟੀਟਿਵਨੈਸ ਵੀ ਹੈ ਕਿ ਉਹ ਆਪਣੇ ਦੂਜੇ ਸਾਥੀਆਂ ਨਾਲ ਮਤਲਬ ਕਰਕੇ ਆਪਣੀ ਕਾਬਲੀਅਤ ਨੂੰ ਮਤਲਬ ਵਧਾਉਂਦਾ, ਦੂਜਿਆਂ ਨਾਲ ਮਿਲਣਾ ਗਿਲਣਾ ਸਿੱਖਦਾ ਹੈ। ਤੇ ਸਮਾਜ ਜਿਹੜਾ ਉਹ ਬਣਦਾ ਹੀ ਮਿਲ ਗਿਲ ਨਾਲ ਹੈ। ਕਿ ਜਿੱਦਾਂ ਮਤਲਬ ਐਰਿਕ ਫਰੋਮ ਇੱਕ ਅਮਰੀਕਨ ਸਾਈਕੋ ਐਨਾਲਿਸਟ ਨੇ, ਬਹੁਤ ਕਮਾਲ ਦੇ, ਉਹਨਾਂ ਨੇ ਲਿਖਿਆ ਸੀਗਾ ਕਿ ਬੰਦਾ ਜਿਹੜਾ ਹੈ ਉਹ ਸੋਸ਼ਲ ਐਨੀਮਲ ਹੀ ਨਹੀਂ, ਉਹ ਮਤਲਬ ਇੱਕ ਦੂਜੇ ਨਾਲ ਜੁੜ ਕੇ ਚੱਲਣ ਨਾਲ ਮਤਲਬ ਉਹ ਜਿਹੜੇ ਨੇ ਅੱਗੇ ਵੱਧਦੇ ਨੇ। ਇਸ ਕਰਕੇ ਜਦੋਂ ਸਾਡੀ ਇਕਨੋਮਿਕ ਸਿਸਟਮ ਵੀ ਬਦਲਦਾ ਹੈ ਤਾਂ ਲੋਕਾਂ ਵਿੱਚੋਂ ਉਹ ਇਨਸਾਨੀ ਗੁਣ, ਜਿਨ੍ਹਾਂ ਗੁਣਾਂ ਦੀ ਮਹਾਤਮਾ ਬੁੱਧ ਜੀ ਨੇ ਬਹੁਤ ਹੀ ਖੂਬਸੂਰਤੀ ਨਾਲ ਉਹਨਾਂ ਨੂੰ ਐਕਸਪਲੇਨ ਕੀਤਾ, ਬਾਅਦ ਵਿੱਚ ਅਡਾਪਟ ਕੀਤਾ ਗਿਆ। ਲੇਕਿਨ ਉਹਨਾਂ ਨੇ ਪਹਿਲੀ ਵਾਰੀ 2500 ਸਾਲ ਪਹਿਲਾਂ, ਮਤਲਬ ਇਹਦਾ ਮਤਲਬ ਕਿ ਬੰਦਾ ਜਿਹੜਾ ਹੈ ਉਹ 2500 ਸਾਲ ਤੋਂ ਅੱਜ ਤੱਕ ਮਤਲਬ ਉਹ ਮਾਨਸਿਕ ਤੌਰ ਤੇ ਜਿਹੜੀ ਬੈਸਟ ਅੰਡਰਸਟੈਂਡਿੰਗ ਹੈ ਉਦੋਂ ਦੀ ਹੈ।
ਤੋ ਇਸ ਕਰਕੇ ਪਾਲਿਸੀ ਨੂੰ ਪਾਲਿਸੀ ਕਹਿਣਾ ਹੀ ਮੈਂ ਸਮਝਦਾ ਕਿ ਇਹ ਸਾਨੂੰ ਵਰਗਲਾਉਣਾ ਹੈਗਾ। ਤੁਸੀਂ ਵਰਲਡ ਬੈਂਕ ਦੀ ਨੀਤੀ ਨੂੰ ਅਪਣਾ ਰਹੇ ਹੋ, ਲੇਕਿਨ ਆਪਣੀਆਂ ਸਮੱਸਿਆਵਾਂ ਨੂੰ ਮਤਲਬ ਸਮਾਧਾਨ ਵੱਲ ਨੂੰ ਅਸੀਂ ਨਹੀਂ ਵੱਧ ਰਹੇ। ਪ੍ਰੋਫੈਸਰ ਸਾਹਿਬ, ਸਿੱਖਿਆ ਦਾ ਮਿਆਰ ਦਿਨੋਂ ਦਿਨ ਡਾਊਨ ਹੁੰਦਾ ਜਾ ਰਿਹਾ, ਆਪਾਂ ਇਸ ਤੇ ਅੱਗੇ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਨਾਲ। ਪ੍ਰੋਫੈਸਰ ਜਗਮੋਹਨ ਸਿੰਘ ਜੀ ਬਾਰੇ ਮੈਂ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੇ ਭਾਣਜੇ ਨੇ। ਤੇ ਪ੍ਰੋਫੈਸਰ ਸਾਹਿਬ, ਆਪਾਂ ਪਿਛਲੇ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਸਿੱਖਿਆ ਦੇ ਮਿਆਰ ਦੀ। ਸਿੱਖਿਆ ਦਾ ਮਿਆਰ ਦਿਨੋਂ ਦਿਨ ਡਾਊਨ ਹੁੰਦਾ ਜਾ ਰਿਹਾ, ਇਸ ਦੀ ਅਸਲ ਵਜ੍ਹਾ ਕੀ ਜੀ? ਦੇਖੋ, ਉਹ ਉਹੀ ਹੈ ਨਾ ਕਿ ਅਸੀਂ ਸਿੱਖਿਆ ਨੂੰ ਪਹਿਲਾਂ ਇਹ ਸੀਗਾ ਕਿ ਵਿਦਿਆ ਜੇ ਵਿਚਾਰੀ ਤਾਂ ਪਰਉਪਕਾਰ, ਕਿ ਵਿਦਿਆ ਜਿਹੜੀ ਆ ਉਹ ਵਿਚਾਰ ਪੈਦਾ ਕਰੇ, ਤੁਸੀਂ ਤਾਂ ਤੁਸੀਂ ਉਹ ਪਰਉਪਕਾਰ ਕਰਦੀ ਹੈ। ਲੇਕਿਨ ਅਸੀਂ ਵਿਦਿਆ ਨੂੰ ਵਪਾਰੀ ਬਣਾ ਦਿੱਤਾ, ਕਿਉਂਕਿ ਤੁਸੀਂ ਪ੍ਰਾਈਵੇਟਾਈਜੇਸ਼ਨ, ਦੂਜਾ ਉਹਦੇ ਵਿੱਚ ਹੈ ਕਿ ਵੀ ਤੁਸੀਂ ਪੇਰੈਂਟ ਨੂੰ ਪੇਰੈਂਟ ਵਿਚਾਰੇ ਜਿਹੜੇ ਨੇ, ਜੇ ਉਹ ਆਪ ਘਰ ਪੜ੍ਹਾ ਸਕਦੇ ਹੁੰਦੇ ਫਿਰ ਸਕੂਲ ਭੇਜਣ ਦੀ ਕੀ ਲੋੜ ਸੀ। ਅਸੀਂ ਸਕੂਲ ਇਸ ਕਰਕੇ ਭੇਜਦੇ ਹਾਂ ਕਿ ਬੱਚੇ ਉੱਥੇ ਹੋਰ ਵੱਧ ਸਿੱਖ ਸਕਣ, ਲੇਕਿਨ ਇਹਨਾਂ ਨੇ ਉਲਟਾ ਬਣਾ ਦਿੱਤਾ ਕਿ ਵੀ ਸਕੂਲ ਵਾਲੇ ਜਿਹੜੇ ਨੇ ਉਹ ਤੇ ਤੁਹਾਨੂੰ ਟਿਪ ਟੌਪ ਕਰਨਾ, ਸਲੈਂਗ ਬੋਲਣੀ ਇਹ ਸਿਖਾਉਣਗੇ, ਜਿਨ੍ਹਾਂ ਨੂੰ ਅਸੀਂ ਮਾਡਰਨ ਇੰਗਲਿਸ਼ ਸਕੂਲ ਕਹਿੰਦੇ ਹਾਂ। ਲੇਕਿਨ ਉਹਦੇ ਵਿੱਚ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਨੇ, ਜਿਹੜੀਆਂ ਸਮਾਜ ਨੂੰ ਸਟਰੈਂਥਨ ਕਰਦੀਆਂ ਨੇ, ਉਹ ਨਹੀਂ ਹੁੰਦੀਆਂ। ਇੱਕ ਪਾਰਟ ਇਹ ਹੈ। ਦੂਜਾ ਜਿਹੜਾ ਤੁਹਾਨੂੰ ਮੈਂ ਕਿਹਾ ਕਿ ਅਖੀਰ ਤੇ ਕਿਤੇ ਇਹ ਬਦਨੀਤੀ ਹੈ, ਅੱਗੇ ਜਿਹਨੂੰ ਅਸੀਂ ਦੀ ਨੀਤੀ ਕਹਿ ਸਕਦੇ ਹਾਂ, ਕਿ ਵੀ ਤੁਸੀਂ ਆਮ ਲੋਕਾਂ ਨੂੰ ਪੜ੍ਹਨ ਜੋਗੇ ਨਹੀਂ ਕਰਨਾ। ਔਰ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਖਬਰ ਇਹਦੀ ਜਿਹੜੀ ਹੈਗੀ ਹੈ ਕਿ ਗੁਰੂ ਗੋਬਿੰਦ ਸਿੰਘ ਨੇ 52 ਬੰਦੇ ਰੱਖੇ ਹੋਏ ਸੀ, ਸਿਆਣੇ ਬੰਦੇ, ਔਰ ਉਹਨੇ ਕਿਹਾ ਕਿ ਵੀ ਅਸਲ ਲਿਟਰੇਚਰ ਜਿਹੜਾ ਹੈ, ਜਿਹਦੇ ਵਿੱਚ ਹਿੰਦੁਸਤਾਨ ਦੀ ਸਮਝਦਾਰੀ 5000 ਸਾਲ ਦੀ ਹੈ, ਉਹ ਤਾਂ ਸੰਸਕ੍ਰਿਤ 'ਚ ਹੈ। ਤੇ ਪੰਡਤ ਨੂੰ ਕਿਹਾ ਕਿ ਭਾਈ ਤੂੰ ਮੈਂ 5 ਸਿੱਖ ਤੈਨੂੰ ਦੇਣਾ, ਤੂੰ ਇਹਨਾਂ ਨੂੰ ਸੰਸਕ੍ਰਿਤ ਪੜ੍ਹਾ ਦੇ। ਉਹ ਕਹਿੰਦਾ ਜੀ ਇਹ ਗੁਨਾਹ ਕਿਵੇਂ ਹੋ ਸਕਦਾ ਹੈ? ਉਹ ਕਹਿੰਦੇ ਇਹਦਾ ਮਤਲਬ ਹੈ ਕਿ ਵੀ ਤੁਸੀਂ ਉਹ ਦਰਵਾਜ਼ਾ ਹੀ ਨਹੀਂ ਖੋਲ੍ਹਣਾ ਚਾਹੁੰਦੇ ਜਿਹਦੇ 'ਚੋਂ ਲੋਕਾਂ ਨੂੰ ਸਮਝਦਾਰੀ ਆਵੇ। ਉਹ ਕਹਿੰਦੇ ਤੂੰ ਛੁੱਟੀ ਕਰ, ਮੈਂ ਹੋਏ ਕੋਈ ਉਪਾਅ ਲੱਭਦਾ। ਉਹਨੇ ਉਹਨਾਂ ਨੂੰ ਕਿਹਾ ਭਾਈ ਇੱਕ ਤਰੀਕਾ ਹੈ, ਜੇ ਤੁਸੀਂ ਕਹੋ ਕਿ ਅਸੀਂ ਬ੍ਰਹਮਚਾਰੀ ਹੋ ਗਏ ਹਾਂ, ਅਸੀਂ ਸਿਰਫ ਵਿਦਿਆ ਨਾਲ ਵਰਜੇ ਹੋਏ ਹਾਂ, ਤੇ ਤੁਸੀਂ 5 ਜਣੇ ਜਾਓ ਕਾਸ਼ੀ ਵਿੱਚ ਪੜ੍ਹੋ ਔਰ 11 ਸਾਲ ਪੜ੍ਹ ਕੇ ਵਾਪਸ ਆਇਓ। ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਲੋਕਾਂ ਨੂੰ ਪੜ੍ਹਾਓ। ਕਿੱਦਾਂ ਪੜ੍ਹਾਓਗੇ? ਲੋਕਾਂ ਦੀ ਸਿਹਤ ਤੇ ਵਿਦਿਆ, 2 ਚੀਜ਼ਾਂ ਉਹਨਾਂ ਨੂੰ ਦਿੱਤੀਆਂ, ਜਿਨ੍ਹਾਂ ਨੂੰ ਨਿਰਮਲੇ ਸੰਤ ਅਸੀਂ ਕਹਿੰਦੇ। ਤਾਂ ਉਹ ਜਿਹੜਾ ਹੈ ਕਿ ਹੁਣ ਜਿਹੜੀ ਮਿਆਰ ਦਾ ਅਸੀਂ ਬੱਚਿਆਂ ਨੂੰ, ਜਦੋਂ ਹੁਣ ਤੁਸੀਂ ਪਹਿਲੀ ਤੋਂ ਅੰਗਰੇਜ਼ੀ ਲਗਾਓਗੇ, ਉਹ ਮਿਆਰ ਕਿੱਥੇ ਜਾਏਗਾ? ਸਮਝਦਾਰੀ ਤਾਂ ਨਹੀਂ ਬਣੇਗੀ। ਘੋਟਾ ਜਿੰਨਾ ਮਰਜ਼ੀ ਲਵਾ ਲਓ ਤੁਸੀਂ, ਉਹ ਮੂੰਹ ਜ਼ਬਾਨੀ ਯਾਦ ਕਰ ਰਹੇ ਨੇ ਉਹਨਾਂ ਨੂੰ ਪੋਇਮ, ਲੇਕਿਨ ਉਹਨੂੰ ਸਮਝਦਾਰੀ ਹੈ ਨਹੀਂ। ਔਰ ਜਦੋਂ ਸਮਝਦਾਰੀ ਨਹੀਂ ਹੈ ਤੇ ਫਿਰ ਤੁਸੀਂ ਸਮਾਜ ਵਿੱਚ ਹਿੱਸੇਦਾਰੀ ਕਿਵੇਂ ਕਰੋਗੇ? ਜਿਵੇਂ ਮੈਨੂੰ ਚਾਈਨਾ ਦਾ ਇੱਕ ਕਿਸੇ ਨੇ ਰਿਪੋਰਟ ਦਿੱਤੀ, ਅਮਰੀਕਨ ਨਹੀਂ ਸੀ, ਉਹ ਕਹਿੰਦਾ ਉੱਥੇ ਜਿਹੜਾ ਉਹਨਾਂ ਦਾ ਸੋਲਰ એનર્ਜੀ ਵਾਲਾ ਸੈਕਸ਼ਨ ਹੈ, ਮੈਂ ਕਹਿੰਦਾ ਉੱਥੇ ਗਿਆ, ਕਹਿੰਦਾ ਉੱਥੇ ਹਰ ਬੰਦਾ ਜਿਹੜਾ ਉਹ PhD ਹੈ। ਇਹਦਾ ਇੰਨਾ ਉਹ ਹਰ ਚੀਜ਼ ਨੂੰ ਆਪ ਸਮਝ ਸਕਦਾ ਕਿ ਅਗਰ ਨਹੀਂ ਹੋ ਰਿਹਾ ਤੇ ਮੈਂ ਉਹਨੂੰ ਕਿਵੇਂ ਠੀਕ ਕਰਨਾ, ਕਿਉਂਕਿ ਉਹ ਮਕੈਨਿਕ ਨਹੀਂ ਹੈਗਾ। ਕਹਿੰਦਾ ਆਪਾਂ ਉਹਦੇ ਨਾਲ ਕੰਪੀਟ ਕਿਵੇਂ ਕਰਾਂਗੇ? ਇਹਦਾ ਕਿ ਜੇ ਅਸੀਂ ਤਰੱਕੀ ਕਰਨੀ ਹੈ, ਅਸੀਂ ਉਹਨਾਂ ਦਾ ਮੁਕਾਬਲਾ ਕਰਨਾ ਹੈ ਦੇਸ਼ਾਂ ਨਾਲ, ਤੇ ਸਾਨੂੰ ਆਪਣੇ ਬੱਚਿਆਂ ਨੂੰ, ਔਰ ਉਹ ਅਸੀਂ ਜਿੱਦਾਂ ਤੁਸੀਂ ਬਹੁਤ ਇਹ ਵੀ ਹੈਰਾਨੀ ਵਾਲੀ ਇੱਕ ਗੱਲ ਹੈ, ਕਿਉਂਕਿ ਮੈਂ ਖੁਦ ਇੰਜੀਨੀਅਰ ਹਾਂ, ਕੰਪਿਊਟਰ ਸਾਇੰਸ ਦਾ ਇਨੀਸ਼ੀਏਟਰ ਵੀ ਹਾਂ, ਪੜ੍ਹਾਇਆ ਵੀ ਹੈ। ਔਰ ਮੈਨੂੰ ਇਹ ਹੈਰਾਨੀ ਹੋਈ ਕਿ ਜਿਹੜੇ ਹੁਣ IIT 'ਚ ਵੀ ਜਾ ਰਹੇ ਨੇ, ਉਹ ਵੀ ਮਿਨੀਮਮ ਮੈਥਮੈਟਿਕਸ ਨਾਲ ਜਾ ਰਹੇ ਨੇ। ਜਿਹੜੇ ਅਸੀਂ ਬਹੁਤ ਵਧੀਆ ਬੱਚੇ ਪੈਦਾ ਕਰਨੇ ਨੇ, ਉਹਨਾਂ ਨੂੰ ਵੀ ਮੈਥਮੈਟਿਕਸ ਤੋਂ ਬਾਹਰ ਕਰ ਰਹੇ। ਔਰ ਮੈਥਮੈਟਿਕਸ ਜਿਹੜਾ ਹੈ ਉਹ ਤੁਹਾਨੂੰ ਇੱਕ ਤਰਤੀਬ ਵਿੱਚ ਚੀਜ਼ਾਂ ਨੂੰ ਦੇਖਣ ਦੀ ਕਾਬਲੀਅਤ ਦਿੰਦਾ ਹੈ। ਤੇ ਜੇ ਮੈਥਮੈਟਿਕਸ ਨਹੀਂ ਹੈ, ਫਿਰ ਤੁਸੀਂ ਕੀ ਕਰੋਗੇ? ਤੁਸੀਂ ਦੁਨੀਆ ਦੇ ਕੰਪੀਟੀਸ਼ਨ 'ਚੋਂ ਬਾਹਰ ਆਓਗੇ। ਫਿਰ ਇਹ ਹੈ ਕਿ ਵੀ ਸਾਡੇ ਬੱਚਿਆਂ ਨੂੰ ਅੱਖਰੀ ਗਿਆਨ ਜਿਹੜਾ ਹੈ ਉਹ ਵੀ ਅਸੀਂ ਪੂਰਾ ਨਹੀਂ ਦੇ ਰਹੇ। ਜਿਹੜੀ ਅਸਰ ਇੱਕ ਹੈਗਾ ਗਰੁੱਪ ਜਿਨ੍ਹਾਂ ਨੇ ਕੀਤਾ, ਤਾਂ ਉਹ ਮਿਆਰ ਜਿਹੜਾ ਹੈ, ਅਗਰ ਮਿਆਰ ਤੇ ਸੋਚ ਤੋਂ ਕਿ ਸੋਚ ਪੈਦਾ ਕੀਤੀ ਕਿ ਨਹੀਂ ਕੀਤੀ, ਕ੍ਰਿਟੀਕਲ ਥਿੰਕਿੰਗ ਪੈਦਾ ਕੀਤੀ ਕਿ ਨਹੀਂ ਕੀਤੀ। ਜਦੋਂ ਕਿ ਸਾਡੇ ਸਾਰੇ ਕਹਿੰਦੇ ਨੇ ਕਿ ਵੀ ਤੁਸੀਂ ਸਵਾਲ ਕਰਨਾ ਸਿਖਾ ਦਿਓ ਬੱਚੇ ਨੂੰ, ਬਾਕੀ ਉਹ ਸਿੱਖ ਲਏਗਾ।
ਜੇ ਉਹਨੂੰ ਠੀਕ ਸਵਾਲ ਕਰਨਾ ਆ ਜਾਏ ਕਿ ਵੀ ਮੇਰੇ ਦੁਆਲੇ ਜੋ ਹੋ ਰਿਹਾ ਇਹਦਾ ਕਾਰਨ ਕੀ ਹੈ। ਅੱਜ ਜੇ ਬ੍ਰਿਟਿਸ਼ ਕੋਲੰਬੀਆ ਵਿੱਚ 52 ਡਿਗਰੀ ਟੈਂਪਰੇਚਰ ਜਾਂ 50 ਡਿਗਰੀ ਹੋ ਰਿਹਾ, ਕੈਲੀਫੋਰਨੀਆ 'ਚ ਹੋ ਰਿਹਾ, ਤੇ ਜੇ ਉੱਥੇ ਇਹ ਸਵਾਲ ਨਹੀਂ ਕੀਤਾ ਜਾਏਗਾ ਕਿ ਵੀ ਇਹ ਕਿੱਥੋਂ ਆ ਗਿਆ, ਕਦੀ ਸਦੀਆਂ ਵਿੱਚ ਇੰਨਾ ਟੈਂਪਰੇਚਰ ਤੇ ਸਾਡੇ ਨਹੀਂ ਇੱਥੇ ਹੁੰਦਾ, ਤਾਂ ਫਿਰ ਉਹਦਾ ਕਾਰਨ ਪਤਾ ਲੱਗੇਗਾ ਕਿ ਵੀ ਕਾਰਨ ਕਿੱਥੇ ਹੈ ਉਹਦੀ। ਮਤਲਬ ਤਾਂ ਇਹ ਜਿਹੜਾ ਤੁਸੀਂ ਜਿੱਦਾਂ ਕਿਹਾ ਮਿਆਰ ਇਸ ਪੱਖੋਂ ਵੀ ਗਿਰ ਰਿਹਾ, ਔਰ ਉਹਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਫਿਰ ਕਿਸੇ ਨਾ ਕਿਸੇ ਕਲੋਨੀ ਦੇ ਵਿੱਚ ਵੀ ਇਹੀ ਸੀ। ਬ੍ਰਿਟਿਸ਼ ਜਦੋਂ ਅਸੀਂ ਮਤਲਬ ਉਹਦੇ ਰਾਜ ਦੇ ਵਿੱਚ ਸੀਗੇ ਤੇ ਉਹਨਾਂ ਦਾ ਵੀ ਇਹ ਸੀ, ਪਰ ਉਦੋਂ ਦੋ ਚੀਜ਼ਾਂ ਬੜੀਆਂ ਕਮਾਲ ਦੀਆਂ ਹੋਈਆਂ ਕਿ ਲਾਹੌਰ ਵਿੱਚ ਤੇ ਕਲਕੱਤੇ ਵਿੱਚ ਸਾਇੰਸ ਜਿਹੜੀ ਹੈ ਉਹ ਲਾਹੌਰ 'ਚ ਪੰਜਾਬੀ 'ਚ ਪੜ੍ਹਾਈ ਜਾਂਦੀ ਸੀ, ਆਮ ਆਦਮੀ ਰੁਚੀ ਰਾਮ ਸਾਹਨੀ ਸੀਗੇ, ਔਰ ਲਾਹੌਰ ਨੇ 4 ਨੋਬਲ ਪ੍ਰਾਈਜ਼ ਵਿਨਰ ਪੈਦਾ ਕੀਤੇ। ਕਲਕੱਤੇ ਵਿੱਚ ਵੀ ਈਵਨ ਜਗਦੀਸ਼ ਚੰਦਰ ਬੋਸ ਦਾ ਇਹ ਕਹਿਣਾ ਸੀ ਕਿ ਜਿਹੜੀ ਮੇਰੀ ਲੈਬੋਰਟਰੀ ਵਿੱਚ ਤੁਸੀਂ ਸਾਇੰਸ ਦੀ ਉਪਲਬਧੀ ਕਰੋ ਉਹ ਤੁਸੀਂ ਬੰਗਾਲੀ 'ਚ ਲੋਕਾਂ ਨੂੰ ਸਮਝਾਓ, ਤਾਂ ਮੈਂ ਤੁਹਾਨੂੰ ਸਮਝਾਂਗਾ ਕਿ ਤੁਸੀਂ ਵਿਗਿਆਨੀ ਹੋ। ਉਹਦਾ ਕਾਰਨ ਹੈ ਕਿ ਉੱਥੋਂ 6 ਨੋਬਲ ਪ੍ਰਾਈਜ਼ ਵਿਨਰ ਜਿਹੜੇ ਨੇ ਉਹ ਕਲਕੱਤੇ ਤੋਂ ਹੋਏ, ਸਾਇੰਟਿਸਟ ਤੋਂ ਬਹੁਤ ਹੋਏ, ਲਾਹੌਰ ਤੋਂ ਬਹੁਤ ਹੋਏ। ਇਹਦਾ ਮਤਲਬ ਹੈ ਕਿ ਜਦੋਂ ਸਾਇੰਸ ਆਮ ਲੋਕਾਂ ਦੀ ਸੋਚਣੀ 'ਚ ਚਲੀ ਜਾਏਗੀ, ਔਰ ਮੈਂ ਕਈ ਵਾਰੀ ਇਹ ਵੀ ਹੁਣ ਮੈਨੂੰ ਤਾਂ ਯਕੀਨ ਹੋ ਗਿਆ ਕਿ ਅਗਰ ਭਗਤ ਸਿੰਘ ਵਿਗਿਆਨਕ ਸੋਚ ਵਾਲਾ ਬਣਿਆ ਉਹ ਉਸ ਮਾਹੌਲ 'ਚੋਂ ਬਣਿਆ, ਕਿਉਂਕਿ ਉੱਥੇ ਹਰ ਗੱਲ ਜਿਹੜੀ ਹੈ ਉਹਦਾ ਕਾਰਨ ਨਾਲ ਸਮਝਾਇਆ ਜਾ ਰਿਹਾ, ਔਰ ਲੋਕ ਟਿਕਟ ਲੈ ਕੇ ਸਮਝਣ ਜਾਂਦੇ ਨੇ। ਮਤਲਬ ਬੜਾ ਇੰਟਰਸਟਿੰਗ ਹੈ ਕਿ 500 ਲੈਕਚਰ ਰੁਚੀ ਰਾਮ ਸਾਹਨੀ ਉਹਨਾਂ ਨੇ ਕੀਤੇ, ਔਰ ਉਹਦੇ 'ਚ ਲੋਕ ਉਹਨਾਂ ਨੇ ਕਿਹਾ ਵੀ ਭਾਈ ਜਿਹੜਾ ਮੇਰਾ ਤਜਰਬਾ ਕਰਕੇ ਦਿਖਾਲਦਾ ਇਹਦਾ ਖਰਚਾ ਹੁੰਦਾ ਹੈ, ਇਹ ਖਰਚਾ ਪੂਰਾ ਕਰਨਾ ਹੈ। ਲੋਕ ਕਹਿੰਦੇ ਅਸੀਂ ਟਿਕਟ ਲੈਨੇ। ਤਾਂ ਇਹ ਜਿਹੜਾ ਹੈ ਕਿ ਇਹ ਹੁਣ ਅਸੀਂ ਬਿਲਕੁਲ ਉਲਟ ਪਾਸੇ ਨੂੰ ਜਾ ਰਹੇ ਕਿ ਵਿਗਿਆਨ ਹੈ ਨਹੀਂ, ਸਭ ਅਗਿਆਨੀ ਜਿਹੜੇ ਨੇ ਉਹ ਵਿਗਿਆਨ ਦੀ ਗੱਲ ਕਰਦੇ ਨੇ। ਮਤਲਬ ਈਵਨ ਜਿਹੜੀ ਵਿਗਿਆਨ ਸਾਡੇ ਕੋਲ ਹੈਗਾ ਵੀ ਹੈ ਉਹਨੂੰ ਵੀ ਅਗਿਆਨ ਬਣਾ ਰਹੇ ਸੀ। ਮਤਲਬ ਵਿਗਿਆਨ ਤੇ ਮਤਲਬ ਵਿਧੀ ਵਾਈਜ਼ ਜਿਹੜਾ ਗਿਆਨ ਹੈ ਉਹ ਵਿਗਿਆਨ ਹੁੰਦਾ ਹੈ, ਵਿਧੀ ਤੇ ਕਿੱਥੇ ਪਹੁੰਚਣਾ ਅਸੀਂ ਉਹਨੂੰ ਗਿਆਨ ਤੋਂ ਅਗਿਆਨ ਕਰ ਰਹੇ ਹਾਂ। ਤੋ ਇਸ ਕਰਕੇ ਜਿਹੜਾ ਮਿਆਰ ਹੈ ਇਹਦੇ ਤੇ ਬਹੁਤ ਚਿੰਤਾ ਦੀ ਜ਼ਰੂਰਤ ਹੈ, ਔਰ ਸਮਾਜਿਕ ਸਮਝਦਾਰੀ ਜਿਹੜੀ ਹੈ, ਔਰ ਉਹਦੇ 'ਚ ਦੇਖੋ ਸਮਾਜ ਦੀਆਂ ਕਦਰਾਂ ਕੀਮਤਾਂ ਤਾਂ ਆਉਣਗੀਆਂ ਜੇ ਸਾਰਿਆਂ ਨੂੰ ਇੱਕ ਬਰਾਬਰ ਐਜੂਕੇਸ਼ਨ ਜਿਹੜੀ ਹੈ ਉਹ ਅਸ਼ੋਰ ਕੀਤੀ ਜਾਵੇ। ਬਰਾਬਰਤਾ ਵਾਲਾ ਸਮਾਜ ਜਿਹੜਾ ਹੈ, ਆਜ਼ਾਦੀ ਦਾ ਹਿੱਸਾ ਹੀ ਇਹ ਸੀ ਕਿ ਅਸੀਂ ਉਸ ਸਵਰਾਜ ਦੀ ਗੱਲ ਕਰ ਰਹੇ ਹਾਂ। ਭਗਤ ਸਿੰਘ ਕਹਿ ਰਹੇ ਸੀ ਜਿਹੜਾ ਸਵਰਾਜ 98% ਲੋਕਾਂ ਲਈ ਹੋਏਗਾ, 98% ਲੋਕਾਂ ਦੀ ਹਿੱਸੇਦਾਰੀ ਨਾਲ ਆਏਗਾ। ਇਹਦਾ ਮਤਲਬ ਜੇ ਸਮਾਨ ਸਕੂਲ ਨਹੀਂ ਬਣਦੇ, ਤੁਹਾਡੀਆਂ ਜਿਹੜੀਆਂ ਮਾਨਸਿਕ ਧਾਰਾਵਾਂ ਬਣੀਆਂ ਹੋਈਆਂ ਨੇ, ਜੇ ਅਮੀਰ ਬੱਚੇ ਅਮੀਰ ਸਕੂਲ 'ਚ ਹੀ ਪੜ੍ਹ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਦੂਜੇ ਗਰੀਬ ਬੱਚਿਆਂ ਦਾ ਕੀ ਹੁੰਦਾ, ਉਹਨਾਂ ਦੀਆਂ ਵੈਲਿਊਜ਼ ਕੀ ਨੇ, ਉਹ ਤੁਹਾਡੇ ਨਾਲ ਜ਼ਿਆਦਾ ਹਿਊਮਨ ਵੈਲਿਊਜ਼ ਰੱਖਦੇ। ਲੇਕਿਨ ਜੇ ਤੁਸੀਂ ਕਾਮਨ ਸਕੂਲ 'ਚ ਹੋਵੋਗੇ ਫਿਰ ਤੁਹਾਨੂੰ ਇੱਕ ਦੂਜੇ ਨਾਲ, ਮੈਂ ਕਿਹਾ ਅਸੀਂ ਉਹਨਾਂ ਜਿਹਨੂੰ ਆਪਾਂ ਕਦੀ ਗਵਰਨਮੈਂਟ ਸਕੂਲ ਕਹਿੰਦੇ ਸੀ, ਐਕਚੁਅਲੀ ਉਹਨਾਂ 'ਚ ਜਦੋਂ ਪੜ੍ਹੇ ਆ ਸਾਨੂੰ ਕਦੀ ਖਿਆਲ ਹੀ ਨਹੀਂ ਆਇਆ ਕਿ ਮੇਰੇ ਨਾਲ ਬੈਠਾ ਬੱਚਾ ਮੁੰਡਾ ਜਿਹੜਾ ਮੇਰਾ ਦੋਸਤ ਹੈ ਉਹਦੀ ਜਾਤ ਕੀ ਹੈ। ਇਨਸਾਨੀ ਤੌਰ ਤੇ ਇੱਕ ਦੂਜੇ ਨਾਲ ਰਿਸ਼ਤੇ ਹੁੰਦੇ ਸੀ। ਔਰ ਉਹ ਇਹ ਸਮਾਂ ਤੇ ਜੇ ਤੁਸੀਂ ਸਿਰਫ ਮਤਲਬ ਪ੍ਰਾਈਵੇਟ ਸਕੂਲ 'ਚ ਹੀ ਜਾਓਗੇ, ਉਹਦੇ ਵਿੱਚ ਚਾਹੇ ਮਤਲਬ ਇਹ ਕਰ ਲਿਆ ਗਿਆ ਕਿ 25% ਬੱਚੇ ਜਿਹੜੇ ਨੇ ਉਹ ਤੁਸੀਂ ਮਤਲਬ ਗਰੀਬ ਵੀ, ਪਰ ਉੱਥੇ ਰਹਿ ਕਿਵੇਂ ਸਕਦਾ। ਇਹਦੇ ਉੱਤੇ ਟੈਗੋਰ ਨੇ ਬੜੀਆਂ ਇੰਟਰਸਟਿੰਗ ਕਹਾਣੀਆਂ ਲਿਖੀਆਂ ਕਿ ਜਿਹੜਾ ਬੱਚਾ ਮਤਲਬ ਤੁਸੀਂ ਘਰੋਂ ਕੱਢਣਾ ਉਹਨੂੰ ਤੁਸੀਂ ਉੱਥੇ ਪਾ ਦਿਓ, ਉਹ ਤੁਹਾਨੂੰ ਵੀ ਪਛਾਣਨੋਂ ਹਟ ਜਾਏਗਾ, ਪਿਓ ਨੂੰ ਵੀ ਨਹੀਂ ਪਛਾਣੇਗਾ, ਕਿਉਂਕਿ ਉਹ ਇੱਕ ਭਾਵਨਾ ਜਿਹੜੇ ਉਹਦੇ ਆਲੇ ਦੁਆਲੇ ਵਾਲਾ ਇਨਵਾਇਰਮੈਂਟ ਹੈ ਉਹਦੇ 'ਚ ਰਹਿ ਰਿਹਾ। ਤੋ ਇਸ ਕਰਕੇ ਇਹ ਜਿਹੜਾ ਮਿਆਰ ਹੈ ਇਹਨੂੰ ਠੀਕ ਕਰਨ ਦਾ ਤਰੀਕਾ ਫਿਰ ਉਹੀ ਹੈ ਕਿ ਅਸੀਂ ਬੱਚਿਆਂ ਨੂੰ ਵਿਗਿਆਨਕ ਸੋਚ ਵੱਲ, ਔਰ ਉਹਦਾ ਆਧਾਰ ਸਾਡੀ ਆਪਣੀ ਜਿਹੜੀ ਮਾਤਰ ਭਾਸ਼ਾ ਹੈ ਉਹਦੇ ਵਿੱਚੋਂ ਨਿਕਲਣਾ ਹੈ। ਮਤਲਬ ਉਹਦੇ ਨਾਲ ਹੀ, ਕਿਉਂਕਿ ਜੇ ਅਸੀਂ ਮਾਤਰ ਭਾਸ਼ਾ 'ਚ ਪੜ੍ਹੇ ਉਸ ਤੋਂ ਬਾਅਦ ਕੋਈ ਲੈਂਗੁਏਜ ਮੇਰੇ ਲਈ ਬੈਰੀਅਰ ਨਹੀਂ ਹੈ। ਲੋਕਾਂ ਨੇ ਮਤਲਬ ਸਾਰੀਆਂ ਲੈਂਗੁਏਜਸ ਮਤਲਬ ਪੜ੍ਹੀਆਂ, ਜਦੋਂ ਅਸੀਂ ਹੋਰ ਅੱਗੇ ਜਾਂਦੇ ਹਾਂ ਤੇ ਫਿਰ ਅਸੀਂ ਵਿਦੇਸ਼ੀ ਲੈਂਗੁਏਜਸ ਵੀ ਪੜ੍ਹ ਰਹੇ ਹਾਂ ਤਾਂ ਕਿ ਉਹਦੇ 'ਚ ਜਿਹੜੀ ਰਿਸਰਚ ਹੋ ਰਹੀ ਉਹਨੂੰ ਵੀ ਸਮਝਿਆ ਜਾ ਸਕੇ। ਤੋ ਇਸ ਕਰਕੇ ਮਿਆਰ ਦਾ ਜਿਹੜਾ ਪੱਖ ਹੈ, ਔਰ ਇਹ ਮਿਆਰ ਇਸ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਮਿਆਰ ਨੂੰ ਡੇਗਣ ਵਾਲੀ ਹੈ, ਨਾ ਕਿ ਇਹਨੂੰ ਉੱਚੇ ਚੁੱਕਣ ਵਾਲੀ। ਔਰ ਇੱਕ ਖਾਸ ਕਿਸਮ ਦੇ ਮਤਲਬ ਇੱਕ ਲੋਕ ਹੋਣਗੇ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਹੋਏਗਾ, ਜਿਵੇਂ ਬਾਕੀ ਸਮਾਜ ਵਿੱਚ ਪੈਸੇ ਵਾਲਿਆਂ ਨੂੰ ਤਾਂ ਬੈਨੀਫਿਟ ਹੋ ਰਿਹਾ ਹੈ, ਜਿਹੜਾ ਮਿਡਲ ਕਲਾਸ ਹੈ ਉਹ ਵੀ ਹੇਠਾਂ ਨੂੰ ਖਿਸਕ ਜਾ ਰਹੀ, ਕਿਉਂਕਿ ਉਹਦੀ ਜਿੰਨੀ ਬਚਤ ਹੈ ਉਹ ਖਤਮ ਹੋ ਰਹੀ ਹੈ। ਪ੍ਰੋਫੈਸਰ ਸਾਹਿਬ, ਆਪਾਂ ਗੱਲ ਕਰਾਂਗੇ ਕਿ ਆਪਣਾ ਪ੍ਰਾਈਵੇਟ ਅਦਾਰੇ ਇਹਨਾਂ ਵਿੱਚ ਐਜੂਕੇਸ਼ਨ ਸੈਕਟਰ 'ਚ ਆ ਗਏ ਆ, ਧੜਾ ਰਹੇ ਆ, ਬਹੁਤ ਸਾਰੀ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ ਰਹੀਆਂ,
ਆਪਾਂ ਇਹਨਾਂ ਤੇ ਚਰਚਾ ਕਰਾਂਗੇ। ਦੋਸਤੋ, ਵਕਤ ਹੋ ਗਿਆ ਅੱਜ ਦਾ ਐਪੀਸੋਡ ਇੱਥੇ ਖਤਮ ਕਰਨ ਦਾ, ਤੇ ਅਗਲੇ ਐਪੀਸੋਡ ਦੇ ਵਿੱਚ ਅਸੀਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਤੇ ਤਦ ਤੱਕ ਲਈ ਇਜਾਜ਼ਤ ਦਿਓ।